ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਸ਼ੰਤ ਇਕ ਓੰਕਾਰ ਸਤਿਗੁਰ ਪ੍ਰਸਾਦ। ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ। ਅਬਿਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ। ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ। ਅਬਿਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ। ਮਨ ਪ੍ਰੀਤ ਲਾਗੈ ਵੱਡੈ ਭਾਗੈ ਕਬ ਮਿਲੀਐ ਪੂਰਨ ਪਤੇ। ਸਹਜੇ ਸਮਾਈਐ ਗੋਵਿੰਦ ਪਾਈਐ ਦੇਹੋ ਸਖੀਏ ਮੋਹਿ ਮਤੇ। ਦਿਨ ਰੈਣ ਠਾਢੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ। ਬਿਨਵੰਤ ਨਾਨਕ ਕਰਹੁ ਕਿਰਪਾ ਲੈ ਹੋ ਮੋਹਿ ਲੜ ਲਾਇਆ। ਦਿਨ ਰੈਣ ਠਾਢੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ। ਬਿਨਵੰਤ ਨਾਨਕ ਕਰਹੁ ਕਿਰਪਾ ਲੈ ਹੋ ਮੋਹਿ ਲੜ ਲਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਵਿਚਾਰ ਕਰਨ ਵਾਸਤੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤਥਾ ਦੇਸ਼ ਵਿਦੇਸ਼ ਵਿੱਚ ਜੁੜੀ ਹੋਈ ਸਮੁੱਚੀ ਗੁਰੂ ਪਿਆਰੀ ਸਾਧ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਗੁਰਮੁਖਾਂ ਦੀ ਰਸਨਾ ਤੋਂ ਜੋ ਪਾਵਨ ਮੁੱਖ ਵਾਕ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਇਆ ਸਰਵਣ ਕੀਤਾ ਹੈ। ਇਹ ਪਾਵਨ ਪਵਿੱਤਰ ਸ਼ਬਦ ਸ਼ੰਤ ਰੂਪ ਵਿੱਚ ਆਇਆ ਹੈ ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 845 46 ਤੇ ਸੁਭਾਇਮਾਨ ਹੈ। ਗੁਰੂ ਅਰਜਨ ਦੇ ਪਿਤਾ ਜੀ ਨੇ ਸਾਨੂੰ ਸੰਸਾਰਕ ਜਗਿਆਸੂਆਂ ਨੂੰ ਇੱਕ ਵਿਆਹ ਕਰਨ ਦੀ ਤਰੀਕਾ ਜੁਗਤੀ ਢੰਗ ਸਮਝਾਇਆ। ਇੱਕ ਤੇ ਸੰਸਾਰਕ ਤੌਰ ਤੇ ਸਾਡਾ ਵਿਆਹ ਹੁੰਦਾ ਹੈ, ਇੱਕ ਅਧਿਆਤਮਿਕ ਤੌਰ ਤੇ ਜਿਹੜਾ ਵਿਆਹ ਹੋਣਾ ਪ੍ਰਭੂ ਪਤੀ ਨਾਲ, ਉਹ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਮੇਰੇ ਪਾਤਸ਼ਾਹ ਜੀ ਸਮਝਾਉਂਦੇ ਨੇ। ਜਿਵੇਂ ਜਿਵੇਂ ਸਤਿਗੁਰੂ ਜੀ ਸਮਝਾ ਰਹੇ ਨੇ, ਆਓ ਤਿਵੇਂ ਤਿਵੇਂ ਸਰਵਣ ਕਰੀਏ
ਤੇ ਨਾਲ ਆਪਾਂ ਵਿਚਾਰ ਕਰੀਏ ਜੀ। ਸਾਰੇ ਹੀ ਪਿਆਰ ਸਤਿਕਾਰ ਨਾਲ ਉਚਾਰਨ ਕਰੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਸ਼ੰਤ ਇਕ ਓੰਕਾਰ ਸਤਿਗੁਰ ਪ੍ਰਸਾਦ। ਬਿਲਾਵਲ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਨੇ। ਪਹਿਲਾਂ ਸੰਖੇਪ ਦੇ ਵਿੱਚ ਮੰਗਲ ਆਇਆ ਕਿ ਪਰਮਾਤਮਾ ਇੱਕ ਹੈ, ਓੰਕਾਰ ਉਸਦਾ ਪਸਾਰਾ ਸਾਰੇ ਜਗਤ ਵਿੱਚ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ। ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਸਦਕੇ ਜਾਈਏ। ਸਤਿਗੁਰੂ ਜੀ ਨੇ ਦੱਸਿਆ ਕਿ ਸਾਡੇ ਜਿਹੜਾ ਪ੍ਰਭੂ ਪਤੀ ਨਾਲ ਵਿਆਹ ਹੋਣਾ ਹੈ ਜੀਵ ਇਸਤਰੀਆਂ ਦਾ, ਇਸ ਪਾਵਨ ਪਵਿੱਤਰ ਸ਼ਬਦ ਵਿੱਚ ਉਸ ਦਾ ਵਰਣਨ ਕੀਤਾ ਹੈ। ਇਹ ਵਿਆਹ ਕਿਵੇਂ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਖੋਲ ਕੇ ਸਮਝਾਇਆ। ਸਤ ਸੰਗਤ ਇਹਦੇ ਵਿੱਚ ਮਦਦ ਕਰਦੀ ਹੈ। ਜਿਵੇਂ ਆਪ ਜੀ ਅੱਜ ਸਤ ਸੰਗਤ ਵਿੱਚ ਆਏ ਹੋ, ਇਸ ਪਾਵਨ ਪਵਿੱਤਰ ਸਟੇਜ ਤੋਂ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਅਕਸਰ ਕਿਆ ਕਰਦੇ, ਕਹਿੰਦੇ ਜੇ ਅਸੀਂ ਫੁੱਲਾਂ ਦੇ ਕੋਲ ਬੈਠ ਜਾਵਾਂਗੇ ਤੇ ਸੰਗਤ ਜੀ ਸਾਨੂੰ ਖੁਸ਼ਬੂ ਆਵੇਗੀ। ਜੇ ਗੰਦਗੀ ਦੇ ਢੇਰ ਲਾਗੇ ਬੈਠਾਂਗੇ, ਰੂੜੀਆਂ ਕੋਲ ਬੈਠਾਂਗੇ ਤੇ ਬਦਬੂ ਆਵੇਗੀ। ਅੱਗ ਦੇ ਕੋਲ ਬੈਠਾਂਗੇ ਤੇ ਸੇਕ ਲੱਗੇਗਾ। ਠੰਡੇ ਪਹਾੜਾਂ ਤੇ ਚਲੇ ਜਾਵਾਂਗੇ ਤੇ ਠੰਡ ਲੱਗੇਗੀ। ਇਹ ਕਿਉਂ ਹੁੰਦਾ ਹੈ? ਕਿਉਂਕਿ ਜਿਸ ਤਰ੍ਹਾਂ ਦੀ ਮਨੁੱਖ ਸੰਗਤ ਕਰਦਾ ਹੈ, ਉਹੋ ਜਿਹਾ ਉਹਦੇ ਤੇ ਅਸਰ ਪੈਂਦਾ ਹੈ। ਆਪਾਂ ਰੋਜ਼ ਇਹ ਬਚਨ ਸੁਣਦੇ ਹਾਂ ਰਹਿਰਾਸ ਸਾਹਿਬ ਦੇ ਵਿੱਚ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਸਤ ਸੰਗਤ ਵਿੱਚ ਆ ਗਿਆ ਉਹ ਤਰ ਗਿਆ। ਸੰਗਤ ਦੇ ਬਾਰੇ ਗੁਰੂ ਰਾਮਦਾਸ ਜੀ ਨੇ ਵੀ ਸਮਝਾਇਆ ਕਿ ਭਾਈ ਸੰਗਤ ਕਰਨੀ ਬੜੀ ਜ਼ਰੂਰੀ ਹੈ। ਜਿਹੜੇ ਨਹੀਂ ਆਉਂਦੇ ਉਹਨਾਂ ਬਾਰੇ ਹਜ਼ੂਰ ਬਚਨ ਕਰਦੇ ਕਿ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਉਹਨਾਂ ਦਾ ਜੀਵਨ ਕੋਈ ਚੰਗਾ ਜੀਵਨ ਨਹੀਂ ਹੈ। ਇਸ ਸਤ ਸੰਗਤ ਨੇ ਸਾਡਾ ਵਿਆਹ ਕਰਨਾ ਪ੍ਰਭੂ ਪਤੀ ਨਾਲ। ਅਸੀਂ ਸਾਰੇ ਹਾਂ ਜੀਵ ਇਸਤਰੀਆਂ, ਭਾਵੇਂ ਮਰਦ ਦਾ ਜਾਮਾ ਹੈ ਭਾਵੇਂ ਇਸਤਰੀ ਦਾ ਜਾਮਾ ਹੈ, ਸਾਡਾ ਸਾਰਿਆਂ ਦਾ ਪਤੀ ਹੈ ਅਕਾਲ ਪੁਰਖ ਵਾਹਿਗੁਰੂ। ਹੁਣ ਉਹਦੇ ਨਾਲ ਵਿਆਹ ਕਿਵੇਂ ਹੋਣਾ? ਅੱਜ ਦਾ ਪਾਵਨ ਪਵਿੱਤਰ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਦੱਸ ਰਿਹਾ ਕਿ ਇਹਦੇ ਵਿੱਚ ਮਦਦ ਕੌਣ ਕਰਦਾ ਹੈ? ਗੁਰੂ ਮਦਦ ਕਰਦਾ ਹੈ, ਸੰਗਤ ਮਦਦ ਕਰਦੀ ਹੈ। ਸਾਧ ਸੰਗਤ ਜੀ, ਜਿੰਨੇ ਵੀ ਭਗਤ ਸਹਿਬਾਨ ਨੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ, ਉਹਨਾਂ ਨੂੰ ਵੀ ਪੁੱਛ ਕੇ ਵੇਖੋ ਕਿ ਤੁਹਾਡਾ ਵਿਆਹ ਪ੍ਰਮਾਤਮਾ ਨਾਲ ਕਿਵੇਂ ਹੋਇਆ? ਤੁਸੀਂ ਪਤੀ ਪ੍ਰਮਾਤਮਾ ਨੂੰ ਕਿਵੇਂ ਪਾਇਆ? ਉਹ ਸਾਰੇ ਭਗਤ ਸਹਿਬਾਨ ਵੀ ਕਹਿੰਦੇ ਨੇ ਕਿ ਸੰਗਤ ਦੇ ਨਾਲ, ਸਿਮਰਨ ਕਰਨ ਦੇ ਨਾਲ। ਭਗਤ ਧੰਨਾ ਜੀ ਤਾਂ ਇੱਥੋਂ ਤੱਕ ਲਿਖਦੇ ਕਿ ਧੰਨੇ ਧਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ। ਜਦੋਂ ਮੈਂ ਸਤ ਸੰਗਤ ਕੀਤੀ, ਮੈਨੂੰ ਧਰਨੀ ਧਰ ਪਰਮਾਤਮਾ ਦੇ ਧਰਤੀ ਦੇ ਆਸਰੇ ਵਾਹਿਗੁਰੂ ਦਾ ਮਿਲਾਪ ਹੋ ਗਿਆ। ਗੁਰੂ ਅਰਜਨ ਦੇਵ ਜੀ ਨੇ ਫਿਰ ਖੋਲ ਕੇ ਸਮਝਾਇਆ, ਉਦਾਹਰਨਾਂ ਦੇ ਦੇ ਕੇ ਸਮਝਾਇਆ ਕਿ ਇਹਨਾਂ ਭਗਤ ਸਹਿਬਾਨ ਨੇ ਪਤੀ ਨੂੰ ਪਰਮਾਤਮਾ ਨੂੰ ਕਿਵੇਂ ਪਾਇਆ। ਗੁਰੂ ਅਰਜਨ ਦੇਵ ਜੀ ਸ਼ਬਦ ਦੀ ਵਿਆਖਿਆ ਕਰਦਿਆਂ ਸਮਝਾਉਂਦੇ ਕਿ ਗੋਬਿੰਦ 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 ਸੰਗ
ਨਾਮ ਦਿਓ ਮਨ ਲੀਨਾ। ਜਦੋਂ ਭਗਤ ਨਾਮਦੇਵ ਜੀ ਨੇ ਗੋਬਿੰਦ ਨਾਲ ਆਪਣਾ ਮਨ ਜੋੜਿਆ, ਕੀ ਹੋਇਆ? ਆਡ ਦਾਮ ਕੋ ਸ਼ੀਪਰ ਹੋਇਓ ਲਾਖੀਨਾ। ਨਾਮਦੇਵ ਲੱਖਾਂਪਤੀ ਬਣ ਗਿਆ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਜਿਹਨੂੰ ਛੋਟੀ ਕੁਲ ਵਾਲਾ ਕਿਹਾ ਜਾਂਦਾ ਸੀ, ਜੁਲਾਹਾ ਕਿਹਾ ਜਾਂਦਾ ਸੀ, ਭਗਤ ਕਬੀਰ ਉਹ ਗੁਣਾਂ ਦਾ ਸਾਗਰ ਬਣ ਗਿਆ। ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸਾਧ ਸੰਗਤ ਦੀ ਐਸੀ ਬਰਕਤ ਕਿ ਭਗਤ ਰਵਿਦਾਸ ਜੀ ਪ੍ਰਗਟ ਹੋ ਗਏ। ਐਸੇ ਪ੍ਰਗਟ ਹੋਏ, ਭਾਈ ਗੁਰਦਾਸ ਜੀ ਲਿਖਦੇ ਕਿ ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਵਿੱਚ ਚਮਰੇਟਾ। ਸਾਰੇ ਪਾਸੇ ਮਸ਼ਹੂਰ ਹੋ ਗਏ। ਗੁਰੂ ਅਰਜਨ ਦੇਵ ਜੀ ਨੇ ਇਹ ਉਦਾਹਰਨਾਂ ਦੇ ਕੇ ਕਿ ਸੈਨ ਨਾਈ ਬੁੱਤ ਕਾਰੀਆ, ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਇਹ ਬਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਜਦੋਂ ਇਹ ਗੱਲ ਭਗਤ ਧੰਨਾ ਜੀ ਨੇ ਸੁਣੀ, ਉਹ ਭਗਤੀ ਕਰਨ ਲੱਗੇ, ਸੰਗਤ ਕਰਨ ਲੱਗੇ, ਤੇ ਪਰਮਾਤਮਾ ਉਹਨਾਂ ਨੂੰ ਸੰਗਤ ਨੇ ਮਿਲਾ ਦਿੱਤਾ, ਸਿਮਰਨ ਨੇ ਮਿਲਾ ਦਿੱਤਾ। ਸੰਗਤ ਜੀ, ਸਤ ਸੰਗਤ ਸਹਾਇਕ ਹੈ ਪ੍ਰਭੂ ਪਤੀ ਨੂੰ ਮਿਲਣ ਵਿੱਚ। ਇਸੇ ਕਰਕੇ ਬਾਰ-ਬਾਰ ਜ਼ੋਰ ਦਿੱਤਾ ਜਾਂਦਾ ਕਿ ਸਤ ਸੰਗਤ ਕਰੋ। ਭਾਈ ਗੁਰਦਾਸ ਜੀ ਨੇ ਇੱਕ ਵਚਨ ਕਿਹਾ, ਵਾਰਾਂ ਦੇ ਵਿੱਚ ਤੇ ਕਵਿਤ ਸਵਈਆਂ ਦੇ ਅੰਦਰ। ਭਾਈ ਸਾਹਿਬ ਜੀ ਕਹਿੰਦੇ ਕਿ ਮਾਨਸ ਜਨਮ ਧਾਰ ਸੰਗਤ ਸੁਭਾਵ ਗਤ। ਗੁਰਮਤ ਦੁਰਮਤ ਬਿਬਦ ਵਿਧਾਨੀ ਹੈ। ਜਦੋਂ ਸਾਨੂੰ ਮਨੁੱਖਾ ਜਨਮ ਮਿਲ ਗਿਆ, ਜਿਸ ਤਰ੍ਹਾਂ ਦੀ ਸੰਗਤ ਕਰਦੇ ਹਾਂ ਅਸੀਂ ਉਸ ਤਰ੍ਹਾਂ ਦੇ ਬਣ ਜਾਂਦੇ ਹਾਂ। ਭਾਈ ਸਾਹਿਬ ਜੀ ਖੋਲ ਕੇ ਸਮਝਾਓ ਕਿਸ ਤਰ੍ਹਾਂ ਦੇ ਬਣਦੇ ਆ। ਕਹਿੰਦੇ ਜੇ ਸਤ ਸੰਗਤ ਕਰਾਂਗੇ ਤੇ ਆ ਪਦਵੀਆਂ ਮਿਲਣਗੀਆਂ। ਕਿਹੜੀਆਂ ਕਿਹੜੀਆਂ? ਸਾਧ ਸੰਗ ਪਦਵੀ, ਭਗਤ ਔ ਵਿਵੇਕੀ ਜਨ। ਸੰਗਤ ਜੀ, ਸਾਧ ਸੰਗਤ ਮਨੁੱਖ ਨੂੰ ਭਗਤ ਬਣਾ ਦਿੰਦੀ ਹੈ, ਗਿਆਨਵਾਨ ਬਣਾ ਦਿੰਦੀ ਹੈ, ਜੀਵਨ ਮੁਕਤ। ਲੋਕੀ ਮਰਨ ਤੋਂ ਬਾਅਦ ਮੁਕਤੀ ਭਾਲਦੇ ਸਨ, ਇਹ ਸਤ ਸੰਗਤ ਜਿਉਂਦਿਆਂ ਜੀ ਮੁਕਤ ਕਰ ਦਿੰਦੀ ਹੈ। ਜੀਵਨ ਮੁਕਤ ਸਾਧੂ ਬ੍ਰਹਮ ਗਿਆਨੀ ਹੈ। ਸਾਧੂ ਦੀ ਪਦਵੀ ਤੇ ਮਨੁੱਖ ਬ੍ਰਹਮ ਗਿਆਨ ਨੂੰ ਪਹੁੰਚ ਜਾਂਦਾ ਹੈ ਜਿਹੜਾ ਸਤ ਸੰਗਤ ਕਰਦਾ ਹੈ। ਏਡਾ ਮਹਾਨ ਰੁਤਬਾ। ਭਾਈ ਸਾਹਿਬ ਜੀ ਸਤ ਸੰਗਤ ਬਾਰੇ ਤੇ ਆਪ ਜੀ ਨੇ ਦੱਸ ਦਿੱਤਾ, ਹੁਣ ਕੁਸੰਗਤ ਬਾਰੇ ਵੀ ਦੱਸ ਦਿਓ। ਕਹਿੰਦੇ ਅਧਮ ਅਸਾਧ ਸੰਗ ਚੋਰ ਜਾਰ ਔ ਜਵਾਰੀ। ਆ ਜਿਹੜੀ ਭੈੜੀ ਸੰਗਤ ਹੈ ਮਨੁੱਖ ਨੂੰ ਚੋਰ ਬਣਾਉਂਦੀ ਆ, ਜਾਰ ਵਿਭਚਾਰੀ ਬਣਾਉਂਦੀ ਆ, ਚੋਰ ਜਾਰ ਔ ਜਵਾਰੀ ਜੂਆ ਖੇਡਣ ਵਾਲਾ ਬਣਾਉਂਦੀ ਆ, ਠੱਗ ਬਟਵਾਰਾ ਮਤਵਾਰਾ ਅਭਿਮਾਨੀ ਹੈ, ਠੱਗ ਬਣਾਉਂਦੀ ਹੈ, ਸ਼ਰਾਬੀ ਕਬਾਬੀ ਬਣਾਉਂਦੀ ਹੈ, ਹੰਕਾਰੀ ਬਣਾਉਂਦੀ ਆ। ਸੰਗਤ ਜੀ, ਭਾਈ ਸਾਹਿਬ ਨੇ ਦੋਨੋਂ ਪੱਖ ਦੱਸ ਦਿੱਤੇ ਕਿ ਕੁਸੰਗਤ ਕਰਾਂਗੇ ਤੇ ਕੀ ਫਲ ਮਿਲਣਾ, ਜੇ ਸਤ ਸੰਗਤ ਕਰਾਂਗੇ ਤੇ ਕੀ ਫਲ ਮਿਲਣਾ। ਫੈਸਲਾ ਆਪਾਂ ਖੁਦ ਕਰਨਾ। ਸਤਿਗੁਰ ਦੀ ਬਾਣੀ ਤੇ ਸਾਨੂੰ ਪੁਕਾਰ ਪੁਕਾਰ ਕੇ ਕਹਿ ਰਹੀ ਹੈ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਬਦ ਦੀ ਆਰੰਭਤਾ ਵਿੱਚ ਸਮਝਾਇਆ ਕਿ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ। ਜਦੋਂ ਆਪਣੇ ਪ੍ਰਭੂ ਨੂੰ ਗਾਇਆ, ਸ਼ਬਦ ਆਇਆ ਜੀ ਪ੍ਰਭ ਆਪਣਾ। ਇੱਕ ਗੱਲ ਸਾਰੇ ਨੋਟ ਕਰਿਓ, ਮਸਕੀਨ ਜੀ ਇੱਥੋਂ ਸਮਝਾਉਂਦੇ ਰਹੇ
ਕਹਿੰਦੇ ਮਨੁੱਖ ਦੀ ਹਾਲਤ ਕੀ ਹੈ ਕਿ ਜਿਹੜਾ ਆਪਣਾ ਹੈ ਉਹਨੂੰ ਪਰਾਇਆ ਸਮਝ ਲੈਂਦਾ। ਗੁਰਬਾਣੀ ਦੇ ਉਪਦੇਸ਼ ਦੇ ਕੇ ਸਮਝਾਉਂਦੇ ਕਿ ਮਾਇਆ ਮੋਹ ਸਗਲ ਜਗ ਛਾਇਆ। ਮਾਇਆ ਦਾ ਐਸਾ ਪ੍ਰਭਾਵ ਸੰਸਾਰ ਤੇ ਪਿਆ ਹੈ, ਮਾਇਆ ਮੋਹ ਸਗਲ ਜਗ ਛਾਇਆ। ਕਾਮਣ ਦੇਖ ਕਾਮ ਲੁਭਾਇਆ, ਸੁਤ ਕੰਚਨ ਸਿਉ ਹੇਤ ਵਧਾਇਆ। ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਇਹ ਪੁੱਤਰ ਮੇਰਾ ਹੈ, ਇਹ ਜ਼ਮੀਨ ਮੇਰੀ ਹੈ, ਇਹ ਸੋਨਾ ਮੇਰਾ ਹੈ, ਇਹ ਬੈਂਕ ਬੈਲੈਂਸ ਮੇਰਾ ਹੈ। ਜਿਹੜਾ ਆਪਣਾ ਨਹੀਂ ਉਹਨੂੰ ਮੇਰਾ ਮੇਰਾ ਕਹੀ ਜਾਂਦਾ, ਤੇ ਜਿਹੜਾ ਮੇਰਾ ਹੈ ਉਹਨੂੰ ਪਰਾਇਆ ਸਮਝ ਲੈਂਦਾ। ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਗੁਰੂ ਅਰਜਨ ਦੇਵ ਮਹਾਰਾਜ ਨੇ ਆਰੰਭਤਾ ਹੀ ਇੱਥੋਂ ਕੀਤੀ ਆ ਕਿ ਜਿਹੜਾ ਆਪਣਾ ਪ੍ਰਭੂ ਹੈ, ਜਦੋਂ ਅਸੀਂ ਉਹਨੂੰ ਗਾਉਂਦੇ ਆ, ਉਹਦਾ ਸਿਮਰਨ ਕਰਦੇ ਆ, ਉਹਦਾ ਕੀਰਤਨ ਕਰਦੇ ਆ, ਤੇ ਫਿਰ ਕੀ ਮਿਲਦਾ? ਮੰਗਲ ਸਾਜ ਭਇਆ, ਆਤਮਿਕ ਆਨੰਦ ਬਣ ਜਾਂਦਾ। ਸੰਗਤ ਜੀ, ਜਦੋਂ ਪ੍ਰਮਾਤਮਾ ਨੂੰ ਗਾਵਾਂਗੇ, ਪ੍ਰਮਾਤਮਾ ਨੂੰ ਸੁਣਾਂਗੇ, ਸਿਮਰਨ ਕਰਾਂਗੇ, ਤੇ ਸਤਿਗੁਰੂ ਜੀ ਮੋਹਰ ਲਾਉਂਦੇ ਆ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਤਮਿਕ ਆਨੰਦ ਬਣ ਜਾਂਦਾ, ਮੰਗਲ ਬਣ ਜਾਂਦਾ ਹੈ। ਅਬਿਨਾਸੀ ਵਰ ਸੁਣਿਆ, ਮਨ ਉਪਜਿਆ ਚਾਇਆ ਆਰਾਮ। ਸਤ ਸੰਗਤ ਵਿੱਚ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਮਨ ਵਿੱਚ ਜਦੋਂ ਚਾਉ ਪੈਦਾ ਹੁੰਦਾ ਕਿ ਵਾਹਿਗੁਰੂ ਵਾਹਿਗੁਰੂ ਮੈਂ ਜਪਾਂ, ਤੇ ਵਾਹਿਗੁਰੂ ਜਪਣ ਦੇ ਦਾ ਫਲ ਕੀ ਮਿਲਦਾ? ਅਬਿਨਾਸੀ ਵਰ ਸੁਣਿਆ। ਉਹ ਵਰ ਪ੍ਰਾਪਤ ਹੋ ਜਾਂਦਾ ਜਿਹੜਾ ਅਵਿਨਾਸ਼ੀ ਹੈ, ਜਿਹੜਾ ਨਾਸ਼ ਰਹਿਤ ਹੈ, ਜਿਸ ਨੇ ਕਦੀ ਮਰਨਾ ਨਹੀਂ। ਪਰਮਾਤਮਾ ਜਿਹਦੇ ਬਾਰੇ ਆਪਾਂ ਰੋਜ਼ ਪੜ੍ਹਦੇ ਆ ਕਿ ਨਾ ਉਹ ਮਰੇ ਨਾ ਹੋਵੇ ਸੋਗ, ਦਿਨ ਦਾ ਰਹੇ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਐਸਾ ਅਵਿਨਾਸੀ ਵਰ ਮਿਲ ਜਾਂਦਾ, ਪਰਮਾਤਮਾ ਪਤੀ ਮਿਲ ਜਾਂਦਾ ਹੈ। ਮਨ ਪ੍ਰੀਤ ਲਾਗੈ ਵੱਡੈ ਭਾਗੈ, ਕਬ ਮਿਲੀਐ ਪੂਰਨ ਪਤੇ। ਸੰਗਤ ਜੀ, ਜਦੋਂ ਮਨ ਵਿੱਚ ਪ੍ਰੀਤ ਪੈਦਾ ਹੋ ਗਈ, ਪਹਿਲੀ ਗੱਲ ਕਿ ਪ੍ਰੀਤ ਦਾ ਪੈਦਾ ਹੋ ਜਾਣਾ ਹੀ ਚੰਗੇ ਭਾਗਾਂ ਦੀ ਨਿਸ਼ਾਨੀ ਆ। ਜੇ ਹੁਣ ਆਪਣੇ ਅੰਦਰ ਪ੍ਰੀਤ ਪੈਦਾ ਹੋਈ ਹੈ ਨਾ ਜੀ, ਤੁਸੀਂ ਗੁਰੂ ਦਰਬਾਰ ਤੇ ਚੱਲ ਕੇ ਆਏ ਹੋ। ਜਿਨ੍ਹਾਂ ਦੇ ਅੰਦਰ ਪ੍ਰੀਤ ਪੈਦਾ ਹੋਈ, ਵੱਖ-ਵੱਖ ਦੇਸ਼ਾਂ ਤੋਂ, ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਚੱਲ ਕੇ ਆਏ ਗੁਰੂ ਦਰਬਾਰ ਵਿੱਚ ਕਿ ਅਸੀਂ ਗੁਰੂ ਰਾਮਦਾਸ ਜੀ ਦੇ ਦਰ ਦੇ ਜਾ ਕੇ ਦਰਸ਼ਨ ਕਰਨੇ ਆ। ਇਹ ਪ੍ਰੀਤ ਦੀ ਗੱਲ ਹੈ ਨਾ ਜੀ, ਕਿ ਦਰਸ਼ਨ ਦੇਖ ਜੀਵਾ ਗੁਰ ਤੇਰਾ। ਪ੍ਰੀਤ ਲੱਗ ਜਾਣੀ ਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ, ਜਿਨ੍ਹਾਂ ਦੇ ਅੰਦਰ ਪ੍ਰੀਤ ਲੱਗ ਗਈ, ਫਿਰ ਉਹ ਜਗਿਆਸੂ ਕਹਿੰਦੇ ਨੇ ਕਿ ਅਸੀਂ ਪੂਰਨ ਪਤੇ, ਪੂਰਨ ਪਰਮੇਸ਼ਰ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਕਰ ਸਕਦੇ ਹਾਂ? ਸਹਜੇ ਸਮਾਈਐ ਗੋਵਿੰਦ ਪਾਈਐ, ਦੇਹੋ ਸਖੀਏ ਮੋਹਿ ਮਤੇ। ਜਵਾਬ ਮਿਲਦਾ ਹੈ ਸਹਿਜੇ ਸਮਾਈਏ। ਸਹਿਜ ਦੇ ਵਿੱਚ ਪਰਮਾਤਮਾ ਨੂੰ ਮਿਲਣਾ ਹੈ, ਕਾਲ ਨਹੀਂ, ਛੇਤੀ ਨਹੀਂ, ਹੋਸ਼ਾਪਨ ਨਹੀਂ। ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਸਹਿਜੇ ਸਹਿਜੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਨੂੰ ਜਪਣਾ ਸ਼ੁਰੂ ਕਰੇ। ਮਨ ਕਰਕੇ, ਤਨ ਕਰਕੇ, ਸੁਰਤ ਜੋੜ ਕੇ ਚੌਂਕੜਾ ਮਾਰ ਕੇ ਬੈਠ ਜਾਵੇ ਤੇ ਸਹਿਜੇ ਸਹਿਜੇ ਵਾਹਿਗੁਰੂ 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 ਦੀ ਆਰਾਧਨਾ ਕਰੇ। ਸਹਿਜੇ ਸਮਾਈਏ ਗੋਬਿੰਦ ਪਾਈਏ। ਇਸ ਤਰ੍ਹਾਂ ਸਿਮਰਨ ਕਰ ਕਰਕੇ ਗੋਬਿੰਦ ਦੀ ਪ੍ਰਾਪਤੀ ਹੁੰਦੀ ਹੈ। ਫਿਰ ਸਵਾਲ ਹੈ ਕਿ ਦੇਹੋ ਸਖੀਏ ਮੋਹਿ ਮਤੇ, ਐ ਸਖੀ ਸਹੇਲੀ, ਐ ਸਤਸੰਗੀ ਸਹੇਲੀ,
ਮੈਨੂੰ ਮਤ ਦੇ। ਦਿਨ ਰੈਣ ਠਾਡੀ ਕਰੋ ਸੇਵਾ, ਪ੍ਰਭ ਕਵਨ ਜੁਗਤੀ ਪਾਇਆ। ਐ ਸਹੇਲੀਏ, ਐ ਸਤਸੰਗੀ ਸਹੇਲੀਏ, ਮੈਂ ਦਿਨ ਰਾਤ ਖਲੋਤੀ ਹੋਈ ਤੇਰੀ ਸੇਵਾ ਕਰਾਂਗੀ। ਮੈਨੂੰ ਦੱਸ ਉਹ ਕਿਹੜਾ ਮੈਥਡ ਹੈ, ਕਿਹੜੀ ਜੁਗਤੀ ਹੈ ਜਿਹਦੇ ਨਾਲ ਪਰਮਾਤਮਾ ਪਤੀ ਮਿਲ ਜਾਂਦਾ ਹੈ। ਬਿਨਵੰਤ ਨਾਨਕ ਕਰੋ ਕਿਰਪਾ, ਲੈਹੁ ਮੋਹਿ ਲੜ ਲਾਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ, ਨਾਨਕ ਮੋਹਰ ਛਾਪ ਲਾ ਕੇ ਕਿ ਜਗਿਆਸੂ ਬੇਨਤੀ ਕਰਦਾ। ਬੇਨਤੀ ਕੀ ਕਰਦਾ ਹੈ ਕਿ ਬਿਨਵੰਤ ਨਾਨਕ ਕਰੋ ਕਿਰਪਾ, ਲੈਹੁ ਮੋਹਿ ਲੜ ਲਾਇਆ। ਕਿਰਪਾ ਕਰੋ, ਮੈਨੂੰ ਆਪਣੇ ਲੜਨਾ ਲਾ ਲਵੋ, ਆਪਣੇ ਪਰਨੇ ਨਾਲ, ਆਪਣੇ ਆਸਰੇ ਨਾਲ ਲਾ ਲਵੋ ਜੀ। ਭਇਆ ਸਮਾਹੜਾ ਹਰ ਰਤਨ ਵਿਸਾਹਾ ਰਾਮ। ਸ਼ੰਤ ਦੇ ਦੂਜੇ ਬੰਦ ਵਿੱਚ ਜੋ ਪਹਿਲਾਂ ਸਵਾਲ ਹੋਏ ਸਨ, ਉਹਨਾਂ ਦਾ ਹੁਣ ਜਵਾਬ ਮਿਲਿਆ ਕਿ ਸਤ ਸੰਗੀਆਂ ਨੇ, ਗੁਰਮੁਖ ਪਿਆਰਿਆਂ ਨੇ ਦੱਸਿਆ ਕਿ ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਫਿਰ ਇੱਕ ਵਣਜ ਕਰੋ, ਇੱਕ ਵਪਾਰ ਕਰੋ। ਉਹ ਵਪਾਰ ਕਿਹਦਾ ਹੈ? ਪਰਮਾਤਮਾ ਦੇ ਨਾਮ ਦਾ ਵਪਾਰ। ਸਤ ਸੰਗਤ ਜੀ, ਇਹ ਗੁਰੂ ਰਾਮਦਾਸ ਜੀ ਦਾ ਦਰ ਹੈ। ਜਦੋਂ ਗੁਰੂ ਅਮਰਦਾਸ ਪਿਤਾ ਜੀ ਤਰੁੱਠੇ, ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋਏ, ਗੋਇੰਦਵਾਲ ਸਾਹਿਬ ਦੇ ਵਿੱਚ ਕਹਿਣ ਲੱਗੇ ਕਿ ਪੁਰਖਾ, ਜੇਕਰ ਤੇਰੀ ਕੋਈ ਮੰਗ ਹੋਵੇ ਤੇ ਦੱਸ। ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ, ਤੁਹਾਡਾ ਦਿੱਤਾ ਸਭ ਕੁਝ ਹੈ, ਪਰ ਜੇ ਤਰੁੱਠੇ ਹੋ ਤੇ ਮੇਰੀ ਝੋਲੀ ਵਿੱਚ ਆਹ ਦਾਤ ਪਾ ਦਿਓ। ਆਪਾਂ ਰੋਜ਼ ਬਚਨ ਪੜ੍ਹਦੇ ਹਾਂ ਕਿ ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ। ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ, RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ। ਹਰ ਕੀਰਤ ਹਮਰੀ ਰਹਿ ਰਾਸ। ਆ ਮੇਰੀ ਰਾਹ ਦੀ ਪੂੰਜੀ ਬਣ ਜਾਵੇ ਪਰਮਾਤਮਾ ਦਾ ਸਿਮਰਨ। ਸ਼ੰਤ ਦੇ ਦੂਜੇ ਭਾਗ ਵਿੱਚ ਗੁਰੂ ਅਰਜਨ ਦੇਵ ਪਿਤਾ ਜੀ ਸਮਝਾ ਰਹੇ, ਭਇਆ ਸਮਾਹੜਾ, ਮਨ ਵਿੱਚ ਸਮਾਹੜਾ ਪੈਦਾ ਹੋਇਆ, ਧੀਰਜ ਪੈਦਾ ਹੋਇਆ, ਹੌਸਲਾ ਪੈਦਾ ਹੋਇਆ। ਕਦੋਂ ਪੈਦਾ ਹੋਇਆ? ਹਰ ਰਤਨ ਵਸਾਹਾ ਰਾਮ, ਕਿ ਪਰਮਾਤਮਾ ਦਾ ਨਾਮ ਰਤਨ ਹੈ, ਇਹਦਾ ਵਣਜ ਕਰੋ, ਇਹਦਾ ਵਪਾਰ ਕਰੋ। ਸੰਗਤ ਜੀ, ਛੋਟੇ ਹੁੰਦਿਆਂ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਜਾਣਾ। ਹੁਣ ਵੀ ਆਪ ਜੀ ਗਏ ਹੋ, ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਹੈ। ਉੱਥੇ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਵੱਲੋਂ, ਮੈਨੇਜਰ ਸਾਹਿਬਾਨ ਵੱਲੋਂ ਲੰਗਰ ਹਾਲ ਵਿੱਚ ਬੜੀਆਂ ਸੁੰਦਰ ਪੰਕਤੀਆਂ ਬਾਣੀ ਦੀਆਂ ਲਿਖੀਆਂ ਸਨ, ਅੱਜ ਤੱਕ ਮਨ ਨੂੰ ਪ੍ਰੇਰਨਾ ਕਰਦੀਆਂ ਪੰਕਤੀਆਂ ਸਨ ਕਿ ਵਣਜ ਕਰੋ ਵਣਜਾਰਿਓ। ਐ ਵਣਜਾਰੇ ਜੀਵ, ਸੰਸਾਰ ਵਿੱਚ ਆਏ ਹੋ, ਕੁਝ ਵਣਜ ਕਰਕੇ ਜਾਓ। ਗੁਰੂ ਪਿਤਾ ਜੀ ਦੱਸੋ ਕੀ ਕਰਨਾ ਚਾਹੀਦਾ? ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸੰਭਾਲ, ਤੈਸੀ ਵਫਤ ਵਸਾਹੀਏ ਜੈਸੀ ਨਿਭੈ ਨਾਲ। ਉਹ ਵਸਤੂ ਖਰੀਦਣੀ ਚਾਹੀਦੀ ਹੈ ਜਿਹੜੀ ਨਾਲ ਨਿਭੇ। ਤੇ ਨਾਲ ਕਿੰਨੇ ਜਾਣਾ ਜੀ? ਪਰਮਾਤਮਾ ਦੇ ਨਾਮ ਰਤਨ ਨੇ। ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨਸਾਰ। ਸੰਸਾਰ ਦੇ ਲੋਕ ਬਾਕੀ ਵਪਾਰ ਕਰਦੇ ਨੇ। ਭਗਤ ਜੀ ਨੇ ਉਹਦੇ ਬਾਰੇ ਦੱਸਿਆ, ਭਗਤ ਕਬੀਰ ਜੀ ਨੇ, ਕਿ ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸਪਾਰੀ। ਸੰਤੋ ਬਣਜਿਆ ਨਾਮ ਗੋਬਿੰਦ ਕਾ ਐਸੀ, ਖੇਪ ਹਮਾਰੀ ਹਰ ਕੇ ਨਾਮ ਕੇ व्यापारी।
ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ। ਪਰਮਾਤਮਾ ਦੀ ਭਗਤ ਪਰਮਾਤਮਾ ਦੇ ਨਾਮ ਰਤਨ ਦਾ ਵਿਹਾਜਦੇ ਨੇ। ਉਹਨਾਂ ਨੂੰ ਪਤਾ ਹੈ ਕਿ ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਬਾਣੀ ਦੀ ਇੱਕ ਸਿੱਖਿਆ ਰਤਨ ਪੈਦਾ ਕਰ ਦਿੰਦੀ ਹੈ, ਜਵਾਹਰ ਪੈਦਾ ਕਰ ਦਿੰਦੀ ਹੈ। ਹੀਰੇ ਮੋਤੀ ਪੰਨੇ ਮਤ ਵਿੱਚ ਪੈਦਾ ਹੋ ਜਾਂਦੇ ਹਨ। ਖੋਜੀ ਖੋਜ ਲੱਧਾ ਹਰ ਸੰਤਨ ਪਾਹਾ ਰਾਮ। ਇਹ ਰਤਨ ਕਿਹਨਾਂ ਨੂੰ ਮਿਲਿਆ? ਜਿਨ੍ਹਾਂ ਨੇ ਗੁਰਮੁਖਾਂ ਦੇ ਕੋਲ ਆ ਕੇ, ਸਤ ਸੰਗਤ ਵਿੱਚ ਆ ਕੇ ਹਰ ਸੰਤਨ ਪਾਹਾ ਰਾਮ। ਸੰਤਨ ਸ਼ਬਦ ਆਇਆ ਜੀ ਬਹੁ ਵਚਨ, ਗੁਰਮੁਖਾਂ ਦੇ ਕੋਲ ਬੈਠ ਕੇ। ਸੰਗਤ ਜੀ ਸ਼ਲੋਕ 12 ਤੇ ਵਧੇਕ ਵਿੱਚ ਵੀ ਮੇਰੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਜਦੋਂ ਗੁਰਸਿੱਖਾਂ ਦੇ ਕੋਲ ਆ ਕੇ ਬੈਠੀਦਾ ਤੇ ਗੁਰਸਿੱਖ ਇਹ ਸਮਝਾਉਂਦਾ ਹੈ ਕਿ ਭਾਈ ਵਾਹਿਗੁਰੂ ਦਾ ਨਾਮ ਜਪ। ਸਤ ਸੰਗਤ ਦੀ ਬਰਕਤ ਕੀ ਹੈ? ਸੰਗਤ ਵਿੱਚ ਇਹ ਪੁੱਛਿਆ ਜਾਂਦਾ ਕਿ ਭਾਈ ਤੂੰ ਅੱਜ ਨਿਤਨੇਮ ਕੀਤਾ, ਅੰਮ੍ਰਿਤ ਵੇਲੇ ਚੌਂਕੜਾ ਲਾਇਆ, ਵਾਹਿਗੁਰੂ ਵਾਹਿਗੁਰੂ ਜਪਿਆ, ਜਿਹੜਾ ਕੰਮ ਕਰਨ ਵਾਸਤੇ ਆਇਆ ਸੀ ਉਹ ਕੀਤਾ। ਜਿਹੜਾ ਗੁਰੂ ਅਰਜਨ ਦੇਵ ਜੀ ਨੇ ਸਮਝਾਇਆ ਸੀ ਕਿ ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਨੇ ਕਿ ਖੋਜੀ ਖੋਜ ਲੱਧਾ। ਜਿਹੜੇ ਸਤਸੰਗੀ ਜਗਿਆਸੂ ਆ ਉਹ ਪਰਮਾਤਮਾ ਦੇ ਨਾਮ ਨੂੰ ਖੋਜਦੇ ਹਨ। ਮਿਲੇ ਸੰਤ ਪਿਆਰੇ ਦਇਆ ਧਾਰੇ, ਕਥੇ ਅਕਥ ਵਿਚਾਰੋ। ਹੁਣ ਸਤਸੰਗੀ ਗੁਰਮੁਖ ਪਿਆਰੇ, ਸਤਸੰਗੀ ਸਹੇਲੀਆਂ ਕਹਿ ਲਈਏ, ਮਿੱਤਰ ਕਹਿ ਲਈਏ, ਉਹ ਕੀ ਕਰਦੇ ਨੇ? ਮਿਲੇ ਸੰਤ ਪਿਆਰੇ ਦਇਆ ਧਾਰੇ, ਕਥਾ ਅਕਥ ਵਿਚਾਰੋ। ਉਹ ਪਰਮਾਤਮਾ ਜਿਹੜਾ ਅਕਥ ਹੈ ਉਹਦੀ ਕਥਾ ਕਰਦੇ ਨੇ, ਉਹਦੀ ਵਿਚਾਰ ਕਰਦੇ ਨੇ। ਜਦੋਂ ਆਪਾਂ ਸਤ ਸੰਗਤ ਵਿੱਚ ਆਉਂਦੇ ਹਾਂ ਤੇ ਸਾਨੂੰ ਗੁਰੂ ਅਮਰਦਾਸ ਪਿਤਾ ਜੀ ਦਾ ਬਚਨ ਯਾਦ ਆਉਂਦਾ ਕਿ ਆਵੋ ਸੰਤ ਪਿਆਰਿਓ, ਅਕਥ ਕੀ ਕਰਾਂ ਕਹਾਣੀ। ਆਓ ਅਕਥ ਦੀ ਕਹਾਣੀ ਮੈਂ ਤੁਹਾਨੂੰ ਸੁਣਾਵਾਂ। ਕਦੀ ਇਸ ਗੱਲ ਦੀ ਸਾਡੀ ਸਮਝ ਆ ਜਾਵੇ ਮਾਤਾਵਾਂ ਨੂੰ, ਭੈਣਾਂ ਨੂੰ, ਉਹ ਬੱਚਿਆਂ ਨੂੰ ਰਾਤ ਨੂੰ ਸੌਣ ਸਮੇਂ ਕਹਿਣ, ਆਓ ਬੇਟਾ ਬੈੱਡ ਟਾਈਮ ਸਟੋਰੀ ਸੁਣਾਵਾਂ ਮੈਂ ਤੁਹਾਨੂੰ ਸਾਹਿਬਜ਼ਾਦਿਆਂ ਦੀ, ਭਾਈ ਤਾਰੂ ਸਿੰਘ ਦੀ, ਭਾਈ ਮਣੀ ਸਿੰਘ ਦੀ। ਆਓ ਬੇਟਾ ਮੈਂ ਤੁਹਾਨੂੰ ਸੋਹਿਲਾ ਸਾਹਿਬ ਸੁਣਾਵਾਂ। ਸੰਗਤ ਜੀ ਇਹ ਬਾਤਾਂ ਪਾਈਆਂ ਜਾਂਦੀਆਂ ਸਨ ਦਾਦੀਆਂ ਵੱਲੋਂ, ਪਰ ਅੱਜ ਇਹ ਸਮਾਂ ਐਸਾ ਚੱਲ ਰਿਹਾ ਹੈ ਵੇਖਣ ਨੂੰ ਨਹੀਂ ਮਿਲਦਾ। ਗੁਰੂ ਅਮਰਦਾਸ ਪਿਤਾ ਜੀ ਨੇ ਸਮਝਾਇਆ ਕਿ ਆਵੋ ਸੰਤ ਪਿਆਰਿਓ, ਅਕਥ ਕੀ ਕਰਹਾਂ ਕਹਾਣੀ। ਕਰਹਾਂ ਕਹਾਣੀ ਕਿ ਅਕਥ ਕੇਰੀ ਕਿਤ ਦੁਆਰੇ ਪਾਈਏ। ਕਿਹੜਾ ਢੰਗ ਹੈ, ਕਿਸ ਤਰੀਕੇ ਨਾਲ ਉਹ ਪਰਮਾਤਮਾ ਮਿਲਦਾ ਹੈ? ਤੇ ਜਵਾਬ ਮਿਲਦਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਫਿਰ ਸਤਿਗੁਰੂ ਜੀ ਹੁਕਮ ਕਿਹਦਾ ਮੰਨਣਾ? ਹੁਕਮ ਮੰਨੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਸਤਿਗੁਰੂ ਜੀ ਐਸੀਆਂ ਬਾਤਾਂ ਪਾਉਣ ਦੀ ਗੱਲ ਸਾਨੂੰ ਬਾਣੀ ਵਿੱਚ ਸਮਝਾ ਰਹੇ ਹਨ। ਇਕ ਚਿਤ ਇਕ ਮਨ ਧਿਆਏ ਸੁਆਮੀ, ਲਾਏ ਪ੍ਰੀਤ ਪਿਆਰੋ। ਉਸ ਸੁਆਮੀ ਨੂੰ ਧਿਆਉਣਾ ਕਿਵੇਂ ਹੈ? ਜਿਸ ਦੀ ਇਹ ਪ੍ਰੀਤ ਹੈ, ਪ੍ਰੇਮ ਹੈ। ਅਸੀਂ ਪ੍ਰੇਮ ਦੇ ਬੱਝੇ ਹੋਏ ਸਤ ਸੰਗਤ ਵਿੱਚ ਆਏ ਹਾਂ। ਗੁਰੂ ਅਰਜਨ ਦੇਵ ਮਹਾਰਾਜ ਪਿਤਾ ਜੀ ਨੇ ਦੱਸਿਆ ਕਿ ਇੱਕ ਮਨ ਤੇ ਇੱਕ ਚਿੱਤ ਹੋ ਕੇ। ਸੰਗਤ ਜੀ ਸੁਣਿਓ, ਸਤਿਗੁਰੂ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਜਦੋਂ ਵੀ ਸਤ ਸੰਗਤ ਵਿੱਚ ਬੈਠਣਾ ਹੈ, ਕਿਵੇਂ ਬੈਠਣਾ? ਇਹ ਮਨ ਹਰਿ ਜੀ ਧਿਆਏ ਤੋਂ, ਇੱਕ ਮਨ ਇੱਕ ਚਿੱਤ ਭਾਏ।
ਇੱਕ ਮਨ ਤੇ ਇੱਕ ਚਿੱਤ ਹੋ ਕੇ, ਇਕਾਗਰ ਹੋ ਕੇ, ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮਝਾਇਆ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਭਾਈ ਸਾਵਧਾਨ ਹੋ ਕੇ, ਇਕਾਗਰ ਹੋ ਕੇ ਉਸ ਪਰਮਾਤਮਾ ਨੂੰ ਜਪਣਾ ਹੈ। ਕਰ ਜੋੜ ਪ੍ਰਭ ਪਹਿ ਕਰ ਬਿਨੰਤੀ, ਮਿਲੈ ਹਰ ਜਸ ਲਾਹ। ਕਰ ਕਹਿੰਦੇ ਆ ਜੀ ਹੱਥ ਜੋੜ ਜੋੜ ਕੇ ਪ੍ਰਭੂ ਦੇ ਪਾਸ ਬੇਨੰਤੀ ਕਰਨੀ ਹੈ। ਕੀ ਬੇਨਤੀ ਕਰਨੀ ਹੈ? ਵਾਹਿਗੁਰੂ ਜੀ ਮੈਨੂੰ ਲਾਹਾ ਦਿਓ ਪਰਮਾਤਮਾ ਦੇ ਨਾਮ ਦਾ। ਇਹ ਬੇਨਤੀ ਕਰਨੀ ਹੈ ਕਿ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਲਾਹਾ ਮੈਨੂੰ ਪ੍ਰਾਪਤ ਹੋਵੇ। ਬਿਨਵੰਤ ਨਾਨਕ ਦਾਸ ਤੇਰਾ, ਮੇਰਾ ਪ੍ਰਭ ਅਗਮ ਅਥਾਹ। ਗੁਰੂ ਅਰਜਨ ਦੇਵ ਮਹਾਰਾਜ ਪਿਤਾ ਜੀ ਸਮਝਾ ਰਹੇ ਨੇ ਸਾਡੇ ਜਗਿਆਸੂਆਂ ਵੱਲੋਂ ਕਿ ਅਸੀਂ ਉਸ ਪ੍ਰਭੂ ਦੇ ਦਾਸ ਹਾਂ, ਤੇ ਜਿਹੜਾ ਸਾਡਾ ਪ੍ਰਭੂ ਹੈ ਅਗਮ ਹੈ, ਅਥਾਹ ਹੈ। ਅਗਮ ਦਾ ਅਰਥ ਹੈ ਅਤੀ ਡੂੰਘਾ, ਅਥਾਹ ਜਿਹਦਾ ਕੋਈ ਥਾਂ ਨਹੀਂ, ਕੋਈ ਪਾਰਾਵਾਰ ਨਹੀਂ, ਜਿਹਦੇ ਬਾਰੇ ਆਪਾਂ ਰੋਜ਼ ਗੁਰੂ ਨਾਨਕ ਸਾਹਿਬ ਪਿਤਾ ਕੋਲੋਂ ਸੁਣਦੇ ਹਾਂ ਕਿ ਅੰਤ ਨਾ ਸਿਫਤੀ ਕਹਿ ਨਾ ਅੰਤ, ਅੰਤ ਨਾ ਕਰਨਾ ਦੇਨ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਉਹ ਸਾਰੀ ਵਿਆਖਿਆ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਸਮਝਾਈ ਹੈ। ਸਾਹ ਅਟਲ ਗਣਿਆ ਪੂਰਨ ਸੰਜੋਗੋ ਰਾਮ। ਸੰਗਤ ਜੀ ਹੁਣ ਸਤ ਸੰਗਤ ਵਿੱਚ ਜੀਵ ਇਸਤਰੀ ਦਾ ਵਿਆਹ ਹੋਣ ਲੱਗਾ। ਜਿਵੇਂ ਸੰਸਾਰਕ ਤੌਰ ਤੇ ਪਤੀ ਪਤਨੀ ਦਾ ਵਿਆਹ ਹੁੰਦਾ, ਲਾੜਾ ਜਾਂਜੀਆਂ ਦੇ ਨਾਲ ਸਹੁਰੇ ਘਰ ਦੇ ਵਿੱਚ ਢੁਕਦਾ ਹੈ, ਉੱਥੇ ਮਾਂਜੀ ਉਹਦਾ ਸਵਾਗਤ ਕਰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਸਦਕੇ ਜਾਈਏ, ਕਿੰਨੇ ਢੰਗਾਂ ਦੇ ਨਾਲ ਸਾਨੂੰ ਸਮਝਾਇਆ ਹੈ। ਅਣਕ ਵਿਧੀ ਸਮਝਾਵੋ, ਵੱਖ-ਵੱਖ ਢੰਗਾਂ ਦੇ ਨਾਲ ਜੀਵ ਇਸਤਰੀ ਨੂੰ ਸਮਝਾ ਰਹੇ ਨੇ। ਕਹਿੰਦੇ ਜੀਵ ਇਸਤਰੀ ਦਾ ਵਿਆਹ ਹੁਣ ਸਤ ਸੰਗਤ ਵਿੱਚ ਹੋਣ ਲੱਗਾ। ਇਹ ਜਿਹੜਾ ਸੰਜੋਗ ਹੈ ਇਹ ਪੂਰਨ ਹੈ, ਸਾਹ ਅਟਲ ਗਣਿਆ। ਇਹ ਮਹੂਰਤ ਖਤਮ ਹੋਣ ਵਾਲਾ ਨਹੀਂ ਹੈ। ਜਿਹੜਾ ਵੀ ਜੀਵ ਇਸਤਰੀ ਸਤ ਸੰਗਤ ਵਿੱਚ ਆਉਂਦੀ ਹੈ, ਭਾਵਨਾ ਦੇ ਨਾਲ ਬੇਨਤੀ ਕਰਦੀ ਹੈ, ਉਹਦਾ ਵਿਆਹ, ਉਹਦਾ ਵਰ, ਉਹਦਾ ਪਤੀ ਪਰਮਾਤਮਾ ਹਮੇਸ਼ਾ ਉਹਨੂੰ ਵਰ ਲੈਂਦਾ ਹੈ। ਗੁਰੂ ਅਰਜਨ ਦੇਵ ਪਿਤਾ ਜੀ ਸਮਝਾ ਰਹੇ ਹਨ। ਸੁਖੈ ਸਮੂਹ ਭਇਆ ਗਿਆ ਵਿਜੋਗੋ ਰਾਮ। ਹੁਣ ਜਿਸ ਜੀਵ ਇਸਤਰੀ ਦਾ ਪਤੀ ਦੇ ਨਾਲ ਆਨੰਦ ਕਾਰਜ ਹੋ ਗਿਆ, ਕਰਤਾ ਪੁਰਖ ਵਾਹਿਗੁਰੂ ਜੀ ਨਾਲ, ਉਹਨੂੰ ਕੀ ਪ੍ਰਾਪਤ ਹੋਇਆ? ਸੁਖੈ ਸਮੂਹ ਭਇਆ, ਸੁੱਖਾਂ ਦਾ ਸਮੂਹ, ਸਾਰੇ ਸੁੱਖ ਮਿਲ ਗਏ। ਵਿਜੋਗੋ ਵਿਛੋੜਾ ਖਤਮ ਹੋ ਗਿਆ। ਜਿਸ ਜੀਵ ਇਸਤਰੀ ਦਾ ਪਤੀ ਪਰਮਾਤਮਾ ਨਾਲ ਵਿਆਹ ਹੋ ਗਿਆ, ਉਹਦਾ ਸਾਰਾ ਵਿਛੋੜਾ ਖਤਮ ਹੋ ਜਾਂਦਾ ਹੈ, ਦੁੱਖ ਖਤਮ ਹੋ ਜਾਂਦੇ ਹਨ। ਮਿਲ ਸੰਤ ਆਏ ਪ੍ਰਭ ਧਿਆਏ, ਬਣੇ ਅਚਰਜ ਜਾਂਜੀਆਂ। ਹੁਣ ਜਾਂਜੀ ਰੂਪ ਦੇ ਵਿੱਚ ਕੌਣ ਆਏ? ਸੰਤ ਜਨ, ਗੁਰਮੁਖ ਪਿਆਰੇ, ਜਿਵੇਂ ਆਪ ਜੀ ਆਇਓ ਸਤ ਸੰਗਤ ਵਿੱਚ। ਸੰਗਤ ਜੀ, ਜਾਂਜੀ ਵੀ ਸਤਸੰਗੀ ਤੇ ਮਾਂਜੀ ਵੀ ਸਤਸੰਗੀ। ਵਿਆਹ ਦਾ ਢੰਗ, ਵਿਆਹ ਦਾ ਤਰੀਕਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੱਸ ਰਹੇ ਨੇ। ਮਿਲ ਸੰਤ ਆਏ, ਇੱਥੇ ਜਿਹੜੇ ਸਤਸੰਗੀ ਆਏ ਉਹਨਾਂ ਨੇ ਕੀ ਕੀਤਾ? ਜੀਵ ਇਸਤਰੀ ਨੂੰ ਸਮਝਾਇਆ ਪ੍ਰਭ ਧਿਆਏ, ਪਰਮਾਤਮਾ ਨੂੰ ਧਿਆਇਆ ਕਰ, ਉਹਨੂੰ ਯਾਦ ਕਰਿਆ ਕਰ। ਬਣੇ ਅਚਰਜ ਜਾਂਜੀਆਂ, ਇਹ ਅਚਰਜ ਜੰਜ ਬਣੀ ਹੋਈ ਹੈ। ਮਿਲ ਇਕੱਤਰ ਹੋਏ ਸਹਿਜ ਢੋਏ, ਮਨ ਪ੍ਰੀਤ ਉਪਜੀ ਮਾਂਜੀਆਂ।
ਹੁਣ ਜਿਹੜੇ ਮਾਂਜੀ ਹੁੰਦੇ ਨੇ ਜਾਂਜੀਆਂ ਦਾ ਸਵਾਗਤ ਕਰਦੇ, ਜਾਂਜੀ ਤੇ ਮਾਂਜੀ ਇਕੱਤਰ ਹੋ ਕੇ ਸਹਿਜ ਅਵਸਥਾ ਦੇ ਵਿੱਚ ਐਸਾ ਢੋ ਢੁਕਿਆ ਕਿ ਜਾਂਜੀਆਂ ਮਾਂਜੀਆਂ ਸਤਸੰਗੀਆਂ ਨੇ ਜੀਵ ਇਸਤਰੀ ਨੂੰ ਸਮਝਾਇਆ ਕਿ ਜੋ ਤੂੰ ਆਪਣਾ ਭਲਾ ਲੋਚਦੀ ਐ ਫਿਰ ਵਾਹਿਗੁਰੂ ਪਤੀ ਪਰਮਾਤਮਾ ਦਾ ਸਿਮਰਨ ਕਰਿਆ ਕਰ। ਮਿਲ ਜੋਤ ਜੋਤੀ ਓਤ ਪੋਤੀ, ਹਰ ਨਾਮ ਸਭ ਰਸ ਭੋਗੋ। ਤੇਰੀ ਜਿਹੜੀ ਜੋਤ ਹੈ ਉਸ ਪਰਮਾਤਮਾ ਦੀ ਜੋਤ ਵਿੱਚ ਮਿਲ ਜਾਏਗੀ। ਤਾਣੇ ਪੇਟੇ ਦੇ ਵਾਂਗ ਤੇ ਸੰਗਤ ਜੀ ਜਿਵੇਂ ਜਾਂਜੀਆਂ ਮਾਂਜੀਆਂ ਵਾਸਤੇ ਭੋਜਨ ਤਿਆਰ ਕੀਤੇ ਜਾਂਦੇ, ਇੱਥੇ ਭੋਜਨ ਕਿਹਦਾ ਹੈ? ਪਰਮਾਤਮਾ ਦੇ ਨਾਮ ਦਾ ਭੋਜਨ, ਜਿਹਦੇ ਬਾਰੇ ਆਪਾਂ ਰੋਜ਼ ਪੜ੍ਹਦੇ ਹਾਂ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਪਰਮਾਤਮਾ ਦਾ ਨਾਮ ਭੋਜਨ ਹੈ। ਬਿਨਵੰਤ ਨਾਨਕ ਸਭ ਸੰਤ ਮੇਲੀ, ਪ੍ਰਭ ਕਰਨ ਕਾਰਨ ਜੋਗੋ। ਉਹ ਪ੍ਰਭੂ ਸਭ ਕਰਨ ਕਰਾਵਨ ਹਾਰ ਹੈ, ਕਰਨ ਕਰਾਵਨ ਜੋਗ ਹੈ। ਆਪਾਂ ਸੁਖਮਣੀ ਸਾਹਿਬ ਵਿੱਚ ਵੀ ਪੜ੍ਹਦੇ ਹਾਂ ਕਿ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਉਹ ਸਭ ਕਰਾਉਣ ਵਾਲਾ ਹੈ। ਸਤਿਗੁਰੂ ਜੀ ਸਮਝਾ ਰਹੇ ਨੇ, ਬਿਨਵੰਤ ਨਾਨਕ ਸਭ ਸਰਨ ਮੇਲੇ। ਸਾਰਿਆਂ ਨੂੰ ਪਰਮਾਤਮਾ ਸਾਰੀ ਲੋਕਾਈ ਨੂੰ ਆਪਣੀ ਸ਼ਰਨ ਦੇ ਵਿੱਚ ਮਿਲਾ ਲੈਂਦਾ ਹੈ, ਕਿਉਂਕਿ ਸਭ ਕਰਨ ਕਾਰਨ ਸਮਰੱਥ ਹੈ। ਸੰਗਤ ਜੀ ਸੁਣੋ, ਇਹਦੇ ਵਿੱਚ ਮਦਦਗਾਰ ਕੌਣ ਹੋਇਆ? ਸਤਿਗੁਰੂ ਜੀ ਸਮਝਾ ਰਹੇ ਨੇ, ਗੁਰੂ ਤੇ ਸਤ ਸੰਗਤ। ਸਤ ਸੰਗਤ ਜੀਵ ਇਸਤਰੀ ਨੂੰ ਪਤੀ ਭਰਤਾ ਦੇ ਨਾਲ ਮਿਲਾਉਣ ਲਈ ਸਹਾਇਕ ਹੈ। ਗੁਰੂ ਕਿਰਪਾ ਕਰਦਾ ਹੈ। ਗੁਰੂ ਦੇ ਬਾਰੇ ਆਪਾਂ ਪੜ੍ਹਦੇ ਹਾਂ ਕਿ ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਡੀਠ। ਜਿਸ ਤਰ੍ਹਾਂ ਦਾ ਸਤਿਗੁਰੂ ਜੀ ਬਾਰੇ ਸੁਣਿਆ ਸੀ ਉਸ ਤਰ੍ਹਾਂ ਦਾ ਦਰਸ਼ਨ ਵੀ ਕਰ ਲਿਆ। ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲਾ ਪ੍ਰਭੂ। ਸਾਨੂੰ ਜੀਵ ਇਸਤਰੀਆਂ ਨੂੰ ਵਿਛੜੀਆਂ ਹੋਈਆਂ ਨੂੰ ਪ੍ਰਭੂ ਪਤੀ ਨਾਲ ਮਿਲਾ ਦਿੰਦਾ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਗੁਰੂ ਕੀ ਕਰਦਾ? ਹਰ ਨਾਮੋ ਮੰਤਰ ਦੜਾਏਂਦਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰੂ ਤਿਨਾ ਮਿਲਾਇਆ, ਜਨ ਧੁਰੇ ਪਿਆ ਸੰਜੋਗ। ਸਤਿਗੁਰੂ ਜੀ ਨੇ ਤੀਜੇ ਬੰਦ ਵਿੱਚ ਜੀਵ ਇਸਤਰੀ ਦਾ ਪਤੀ ਪਰਮਾਤਮਾ ਨਾਲ ਵਿਆਹ ਦਾ ਜ਼ਿਕਰ ਕੀਤਾ ਹੈ। ਭਵਨ ਸੁਹਾਵੜਾ ਧਰਤ ਸੁਭਾਗੀ ਰਾਮ। ਸੰਗਤ ਜੀ, ਜਿਹੜੀ ਜੀਵ ਇਸਤਰੀ ਹੁਣ ਪਰਮਾਤਮਾ ਨੂੰ ਮਿਲ ਗਈ ਹੈ, ਉਹਦਾ ਸਰੀਰ ਭਵਨ ਬੜਾ ਸੋਹਣਾ ਹੈ, ਉਹਦਾ ਹਿਰਦਾ ਰੂਪੀ ਸੇਜਾ ਬੜੀ ਚੰਗੀ ਹੈ। ਪ੍ਰਭ ਘਰ ਆਇੜਾ ਗੁਰ ਚਰਣੀ ਲਾਗੀ ਰਾਮ। ਉਹ ਜਦੋਂ ਗੁਰੂ ਚਰਨਾਂ ਨਾਲ ਜੀਵ ਇਸਤਰੀ ਜੁੜੇ ਤੇ ਪਤੀ ਪਰਮਾਤਮਾ ਘਰ ਵਿੱਚ ਆ ਗਿਆ, ਹਿਰਦੇ ਵਿੱਚ ਆ ਗਿਆ ਹੈ। ਗੁਰ ਚਰਨ ਲਾਗੀ ਸਹਿਜ ਜਾਗੀ, ਸਗਲ ਇੱਛਾ ਪੁੰਨੀਆਂ। ਗੁਰੂ ਚਰਨ ਦੇ ਨਾਲ ਲੱਗ ਕੇ, ਗੁਰੂ ਸ਼ਬਦ ਦੇ ਨਾਲ ਲੱਗ ਕੇ ਸੰਗਤ ਜੀ ਸਹਿਜ ਜਾਗੀ। ਉਹ ਜੀਵ ਇਸਤਰੀ ਜਾਗ ਜਾਂਦੀ ਹੈ। ਜਦੋਂ ਆਪਾਂ ਗੁਰੂ ਚਰਨਾਂ ਨਾਲ ਜੁੜਦੇ ਹਾਂ ਤੇ ਸਾਨੂੰ ਪਤਾ ਹੈ ਕਿ ਕਿੰਨੇ ਵਿਕਾਰ ਸਾਡੇ ਤੇ ਹਮਲਾ ਕਰਦੇ ਆ। ਮਨੁੱਖ ਇੱਕ ਹੈ, ਗੁਰੂ ਚਰਨਾਂ ਨਾਲ ਜੁੜੇ ਹੋਏ ਪ੍ਰੇਮੀ ਨੂੰ ਪਤਾ ਲੱਗ ਜਾਂਦਾ, ਜਗਿਆਸੂ ਇਸਤਰੀ ਨੂੰ ਪਤਾ ਲੱਗ ਜਾਂਦਾ ਕਿ ਅਵਰ ਪੰਚ ਹਮ ਏਕ ਜਣਾ। ਉਹ ਪੰਜ ਨੇ, ਕਦੀ ਕਾਮ ਆ ਕੇ ਹਮਲਾ ਕਰ ਦਿੰਦਾ, ਕਦੀ ਕ੍ਰੋਧ ਆ ਕੇ ਹਮਲਾ ਕਰ ਦਿੰਦਾ, ਕਦੀ ਹੰਕਾਰ। ਇਹ ਪੰਜ ਨੇ ਸੰਗਤ ਜੀ, ਅਸੀਂ ਇਕੱਲੇ ਹਾਂ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੇ ਘਰ ਬਾਹਰ ਮਨਾ। ਇਹਨਾਂ ਤੋਂ ਅਸੀਂ ਆਪਣਾ ਹਿਰਦਾ ਰੂਪੀ ਘਰ ਕਿਵੇਂ ਬਚਾਈਏ? ਮਾਰਹਿ ਲੂਟੈ ਨੀਤ ਨੀਤ, ਕਿਸੇ ਆਗੇ ਕਰੀ ਪੁਕਾਰ ਜਣਾ।
ਇਹ ਸਾਡਾ ਆਤਮਿਕ ਸਰਮਾਇਆ ਲੁੱਟਦੇ ਆ, ਸਾਨੂੰ ਮਾਰਦੇ ਆ, ਬਰਬਾਦ ਕਰਦੇ ਆ। ਕਿਹਦੇ ਅੱਗੇ ਪੁਕਾਰ ਕਰੀਏ? ਤੇ ਜਿਹੜੇ ਗੁਰੂ ਚਰਨਾਂ ਨਾਲ ਜੁੜੇ ਆ ਉਹਨਾਂ ਨੂੰ ਪਤਾ ਸ੍ਰੀ ਰਾਮ ਨਾਮਾ ਉਚਰ ਮਨਾ, ਐ ਮੇਰੇ ਮਨਾ ਉਚਾਰਨ ਕਰਿਆ ਕਰ ਵਾਹਿਗੁਰੂ 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 ਵਾਹਿਗੁਰੂ। ਸੰਗਤ ਜੀ, ਸਿਮਰਨ ਦੀ ਐਸੀ ਮਹਾਨਤਾ ਹੈ, ਅਸੀਂ ਵਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਹੋ ਜਾਂਦੇ ਆ। ਭਗਤ ਪੂਰਨ ਸਿੰਘ ਜੀ ਇੱਥੋਂ ਅੰਮ੍ਰਿਤਸਰ ਸਾਹਿਬ ਦੀ ਘਟਨਾ ਦੱਸਦੇ ਇੱਕ ਕਿਤਾਬ ਦੇ ਅੰਦਰ। ਕਹਿੰਦੇ ਜਦੋਂ ਮੈਂ ਜਵਾਨ ਉਮਰ ਦੇ ਵਿੱਚ ਸੀ, ਜਿੱਥੇ ਅੱਜ ਪਿੰਗਲਵਾੜਾ ਹੈ, ਇੱਥੇ ਸਿਨੇਮਾ ਹੋਇਆ ਕਰਦਾ ਸੀ। ਜਵਾਨੀ ਦੀ ਅਵਸਥਾ ਦੇ ਵਿੱਚ ਮੇਰੇ ਕਮਰੇ ਦੇ ਵਿੱਚ ਇੱਕ ਔਰਤ ਆਈ ਤੇ ਉਹਨੇ ਆ ਕੇ ਮੇਰੇ ਨਾਲ ਆਪਣੀ ਮੰਦ ਭਾਵਨਾ ਜ਼ਾਹਰ ਕੀਤੀ। ਕਹਿੰਦੇ ਮੈਨੂੰ ਕੁਝ ਹੋਰ ਤੇ ਸੁਝਿਆ ਨਾ, ਮੈਨੂੰ ਸਤਿਗੁਰ ਦੀ ਇਹ ਸਿੱਖਿਆ ਯਾਦ ਆ ਗਈ। ਮੈਂ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਕਹਿੰਦੇ ਮੈਂ ਉੱਚੀ ਉੱਚੀ ਬੋਲਦਾ ਗਿਆ। ਮੈਨੂੰ ਨਹੀਂ ਪਤਾ ਮੇਰੇ ਕਮਰੇ ਵਿੱਚੋਂ ਉਹ ਇਸਤਰੀ ਕਦੋਂ ਬਾਹਰ ਚਲੀ ਗਈ। ਸੰਗਤ ਜੀ, ਜਿਹੜੇ ਵੀ ਗੁਰੂ ਚਰਨਾਂ ਨਾਲ ਜੁੜੇ ਨੇ, ਬਾਣੀ ਨਾਲ ਜੁੜੇ ਨੇ, ਉਹਨਾਂ ਨੂੰ ਪਤਾ ਇਹਨਾਂ ਵਕਾਰਾਂ ਨੇ ਹਮਲਾ ਕਰਨਾ। ਕਦੀ ਨਿੰਦਿਆ ਨੇ, ਕਦੀ ਚੁਗਲੀ ਨੇ। ਸਿੱਖਾ ਡੋਲ ਨਾ ਜਾਈ, ਜਾਗਦਾ ਰਹੀਂ, ਸੁਚੇਤ ਰਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਨੇ ਕਿ ਗੁਰ ਚਰਨ ਲਾਗੀ ਸਹਿਜ ਜਾਗੀ, ਸਗਲ ਇੱਛਾ ਪੁੰਨੀਆਂ, ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਮੇਰੀ ਆਸ ਪੂਰੀ ਸੰਤ ਧੂਰੀ, ਹਰ ਮਿਲੇ ਕੰਤ ਵਿਛੁੰਨਿਆ। ਮੇਰੀ ਆਸ ਪੂਰੀ। ਸੰਗਤ ਜੀ, ਆਸਾਂ ਸਾਰੀਆਂ ਪੂਰੀਆਂ ਹੋ ਗਈਆਂ। ਆਸ ਕਿਹੜੀ ਸੀ? ਸੰਤ ਧੂਰੀ। ਆ ਵੀ ਇੱਕ ਆਸ ਹੈ ਜੀ ਸਾਰਿਆਂ ਦੀ। ਆਪਾਂ ਜਦੋਂ ਰਾਤ ਨੂੰ ਸੌਣ ਲੱਗਦੇ ਆਂ ਤੇ ਇੱਕ ਆਸ ਰੱਖ ਕੇ ਗੁਰੂ ਚਰਨਾਂ ਵਿੱਚ ਆਪਾਂ ਸੌਂਦੇ ਆਂ। ਰੋਜ਼ ਅੰਦਰ ਆਸ ਹੁੰਦੀ ਹੈ, ਸਾਡੇ ਅਰਦਾਸ ਹੁੰਦੀ ਹੈ। ਉਹ ਕਿਹੜੀ ਜੀ? ਕਿ ਅੰਤਰਜਾਮੀ ਪੁਰਖ ਵਿਧਾਤਾ, ਸ਼ਰਧਾ ਮਨ ਕੀ ਪੂਰੇ। ਕੀ ਹੈ ਜੀ ਸ਼ਰਧਾ? ਨਾਨਕ ਦਾਸ ਇਹ ਸੁਖ ਮੰਗੇ, ਮੋਕੋ ਕਰ ਸੰਤਨ ਕੀ ਧੂਰੇ। ਮੈਨੂੰ ਗੁਰਮੁਖਾਂ ਦੀ ਚਰਨ ਧੂੜੀ ਪ੍ਰਾਪਤ ਹੋ ਜਾਵੇ, ਮੈਨੂੰ ਗੁਰਮੁਖਾਂ ਦੀ ਸੰਗਤ ਮਿਲ ਜਾਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਨੇ, ਮੇਰੀ ਆਸ ਪੂਰੀ ਸੰਤ ਧੂਰੀ। ਮਿਲੇ ਕੰਤ ਵਿਛੁੰਨਿਆ, ਜਿਹੜਾ ਕੰਤ ਪਰਮਾਤਮਾ ਵਿਛੜਿਆ ਸੀ ਉਹ ਮਿਲ ਗਿਆ ਹੈ। ਆਨੰਦ ਅਨੰਦਨ ਵਜਹਿ ਵਾਜੇ, ਅਹੰ ਮਤ ਮਨ ਕੀ ਤਿਆਗੀ। ਹੰਕਾਰੀ ਬਿਰਤੀ, ਅਹੰਗ ਮਤ ਮਨ ਕੀ ਤਿਆਗੀ। ਗੁਰੂ ਨੇ ਆ ਕੇ ਦੱਸਿਆ ਕਿ ਜੇ ਕੁਝ ਪ੍ਰਾਪਤ ਕਰਨਾ ਹੈ ਫਿਰ ਹੰਕਾਰ ਨੂੰ ਤਿਆਗ ਦੇ। ਗੁਰੂ ਨੇ ਸਮਝਾਇਆ ਕਿ ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਚਤਰਾਈ। ਭਾਈ ਹੰਕਾਰੀ ਬਿਰਤੀ ਛੱਡ ਦੇ, ਹਉਮੈ ਨੂੰ ਮਾਰ ਕੇ ਹੀ ਪਰਮਾਤਮਾ ਮਿਲ ਸਕਦਾ ਹੈ। ਤੇ ਜਿਨ੍ਹਾਂ ਦੀ ਹਉਮੈ ਮਰ ਗਈ, ਮੈਂ ਮੇਰੀ ਮਰ ਗਈ, ਉਹਨਾਂ ਬਾਰੇ ਮੇਰੇ ਪਾਤਸ਼ਾਹ ਜੀ ਬਚਨ ਕਰ ਰਹੇ, ਆਨੰਦ ਆਨੰਦਨ ਵਜਹਿ ਵਾਜੇ। ਉਹਨਾਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੋ ਗਿਆ। ਉਹ ਕਹਿੰਦੇ ਇਹ ਆਤਮਿਕ ਆਨੰਦ ਸਾਨੂੰ ਸਤਿਗੁਰੂ ਤੋਂ ਮਿਲਿਆ। ਉੱਚੀ ਉੱਚੀ ਪੁਕਾਰ ਕੇ ਕਹਿੰਦੇ, ਜਿਵੇਂ ਆਨੰਦ ਸਾਹਿਬ ਵਿੱਚ ਮੇਰੇ ਪਿਤਾ ਜੀ ਨੇ ਸਮਝਾਇਆ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਹ ਮੈਂ ਸਤਿਗੁਰੂ ਤੋਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਕੀਤਾ ਹੈ। ਬਿਨਵੰਤ ਨਾਨਕ ਸਰਣ ਸੁਆਮੀ,
ਸੰਤ ਸੰਗ ਲਿਵ ਲਾਗੀ। ਧੰਨ ਗੁਰੂ ਅਰਜਨ ਸਾਹਿਬ ਜੀ ਸ਼ਬਦ ਦੀ ਸੰਪੂਰਨਤਾ ਕਰਦਿਆਂ ਹੋਇਆਂ ਬਚਨ ਕਰਦੇ, ਬਿਨਵੰਤ ਨਾਨਕ ਸਰਨ ਸੁਆਮੀ। ਜਦੋਂ ਅਸੀਂ ਉਸ ਪਰਮਾਤਮਾ ਦੀ ਸ਼ਰਨ ਵਿੱਚ ਗਏ, ਸੰਤ ਸੰਗ ਲਿਵ ਲਾਗੀ। ਸੰਤ ਸੰਗ, ਗੁਰੂ ਦੀ ਸੰਗਤ ਵਿੱਚ ਸਾਡੀ ਲਿਵ ਜਿਹੜੀ ਹੈ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਗਈ। ਗੁਰੂ ਨੇ ਇਹ ਪਰਉਪਕਾਰ ਕੀਤਾ ਕਿ ਪ੍ਰਭੂ ਦੀ ਸ਼ਰਨ ਵਿੱਚ ਪਾ ਦਿੱਤਾ। ਤੇ ਜਿਹੜਾ ਵੀ ਜੀਵ ਪ੍ਰਭੂ ਦੀ ਸ਼ਰਨ ਪੈ ਜਾਂਦਾ, ਬਾਣੀ ਕਹਿੰਦੀ ਹੈ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਉਹਦੇ ਸਾਰੇ ਦੁੱਖ ਬਿਨਸ ਜਾਂਦੇ ਨੇ, ਉਹਨੂੰ ਸੁੱਖਾਂ ਦਾ ਵਰ ਪ੍ਰਭੂ ਪਤੀ ਮਿਲ ਜਾਂਦਾ। ਅੱਜ ਦਾ ਸ਼ਬਦ ਸਾਨੂੰ ਸਮਝਾ ਰਿਹਾ ਹੈ, ਅਸੀਂ ਸਾਰੇ ਜੀਵ ਇਸਤਰੀਆਂ ਹਾਂ। ਸਾਡਾ ਭਰਤਾ, ਸਾਡਾ ਪਤੀ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਉਸ ਨੂੰ ਮਿਲਣ ਵਾਸਤੇ ਇਹ ਸਤਸੰਗਤ ਮਦਦਗਾਰ ਹੈ। ਸਤਸੰਗੀ ਸਹੇਲੀਆਂ, ਸਤਸੰਗੀ ਮਿੱਤਰ ਦੋਸਤ ਪ੍ਰੇਰਨਾ ਕਰਦੇ ਆ ਕਿ ਸਈ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਜਦੋਂ ਸਤਸੰਗਤ ਵਿੱਚ ਆਵਾਂਗੇ ਇਹੀ ਪ੍ਰੇਰਨਾ ਮਿਲੇਗੀ ਕਿ ਪਰਮਾਤਮਾ ਦਾ ਨਾਮ ਸਾਨੂੰ ਯਾਦ ਵਿੱਚ ਆ ਜਾਵੇ, ਤੇ ਨਾਮ ਨੇ ਹੀ ਪਰਮਾਤਮਾ ਨੂੰ ਮਿਲਾ ਦੇਣਾ, ਪਤੀ ਨੂੰ ਮਿਲਾ ਦੇਣਾ। ਜਿਨ੍ਹਾਂ ਦੇ ਹਿਰਦੇ ਵਿੱਚ ਪਤੀ ਮਿਲ ਗਿਆ, ਉਹਨਾਂ ਵਿੱਚ ਸਹਿਜ ਆ ਗਿਆ, ਸੁੱਖ ਆ ਗਏ, ਆਸਾਂ ਪੂਰੀਆਂ ਹੋ ਗਈਆਂ। ਉਹਨਾਂ ਦਾ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਵਰਣਨ ਗੁਰੂ ਅਰਜਨ ਦੇਵ ਪਿਤਾ ਜੀ ਨੇ ਕੀਤਾ ਹੈ। ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਸ਼ੁਮਾਰ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ ਜੀ। ਧੰਨਵਾਦ ਸਾਰੀਆਂ ਸੰਗਤਾਂ ਦਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਅਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਗੁਰੂ ਸਵਾਰਿਆਂ ਦੀ ਰਸਨਾ ਤੋਂ ਸਰਵਣ ਕਰੀਏ ਜੀ। ਆਨੰਦ ਅਨੰਦਨ ਵਜਹਿ ਵਾਜੇ, ਅਹੰ ਮਤ ਮਨ ਕੀ ਤਿਆਗੀ। ਬਿਨਵੰਤ ਨਾਨਕ ਸਰਣ ਸੁਆਮੀ, ਸੰਤ ਸੰਗ ਲਿਵ ਲਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।